ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਸੁਖ ਗਿੱਲ। ਅੱਜ ਅਸੀਂ ਜਾਮਾ ਮਸਜਿਦ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਮੁਸਲਿਮ ਭਾਈਚਾਰੇ ਵੱਲੋਂ ਔਰ ਸਿੱਖ ਆਗੂਆਂ ਵੱਲੋਂ ਇੱਕ ਸਾਂਝੀ ਮੀਟਿੰਗ ਕੀਤੀ ਗਈ ਆ। ਵਿਚਾਰ ਉਹਦੇ ਵਿੱਚ ਇਹ ਹੋਇਆ ਕਿ ਜਿਹੜੀਆਂ ਕਸ਼ਮੀਰ ਦੇ ਵਿੱਚ ਸਿੱਖ ਲੜਕੀਆਂ ਦਾ ਮਾਮਲਾ ਜਿਹੜਾ ਭਖਿਆ ਹੋਇਆ, ਉਹਦੇ ਤੇ ਆਪਾਂ ਗੱਲਬਾਤ ਕਰਨ ਵਾਸਤੇ ਮੌਜੂਦ ਹਾਂ। ਆਪਾਂ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਹਾਂ, ਬਿਸਮਿल्लाह-रहमान-र-रहीम। शुक्रिया। ਸਰ, ਜਿਹੜਾ ਕਸ਼ਮੀਰ ਦੇ ਵਿੱਚ ਜਿਹੜਾ ਮੁੱਦਾ ਇਸ ਟਾਈਮ ਭਖਿਆ ਹੋਇਆ ਕਿ ਸਿੱਖ ਲੜਕੀਆਂ ਦੇ ਨਾਲ ਜ਼ਬਰਦਸਤੀ ਉਹਨਾਂ ਦਾ ਨਿਕਾਹ ਕੀਤਾ ਗਿਆ, ਧਰਮ ਪਰਿਵਰਤਨ ਕਰਵਾਇਆ ਗਿਆ ਜੀ, ਉਹਦੇ ਤੇ ਕੀ ਕਹਿਣਾ ਤੁਹਾਡਾ? ਅੱਜ ਅਸੀਂ ਲੁਧਿਆਣਾ ਜਾਮਾ ਮਸਜਿਦ ਵਿੱਚ ਬੈਠੇ ਹਾਂ ਤੇ ਅਲੱਗ-ਅਲੱਗ ਸਿੱਖ ਜਥੇਬੰਦੀਆਂ ਔਰ ਪ੍ਰਿੰਸੀਪਲ ਸਾਹਿਬ ਜਿਹੜੇ ਨੇ ਉਹ ਤਸ਼ਰੀਫ ਲਿਆਏ ਨੇ ਜਾਮਾ ਮਸਜਿਦ ਤੇ ਬੜੇ ਸ਼ਾਹੀ ਇਮਾਮ ਸਾਹਿਬ ਨਾਲ ਵੀ ਇਸ ਵਿਸ਼ੇ ਦੇ ਉੱਤੇ ਚਰਚਾ ਹੋਈ ਹੈ। ਪਹਿਲੀ ਗੱਲ ਤਾਂ ਇਹ ਕਿ ਇਸਲਾਮ ਧਰਮ ਔਰ ਦੁਨੀਆ ਦੇ ਜਿਹੜੇ ਵੀ ਧਰਮ ਨੇ ਔਰ ਸਿੱਖ ਪੰਥ ਵੀ, ਹਰੇਕ ਧਰਮ ਇਹ ਕਹਿੰਦਾ ਹੈ ਕਿ ਵੀ ਕਿਸੇ ਵੀ ਮਨੁੱਖ ਦੇ ਨਾਲ, ਕਿਸੇ ਵੀ ਔਰਤ ਨਾਲ, ਮਰਦ ਦੇ ਨਾਲ ਧਰਮ ਦੇ ਮਾਮਲੇ 'ਚ, ਉਹਦੀ ਆਸਥਾ ਦੇ ਮਾਮਲੇ 'ਚ ਜ਼ਬਰਦਸਤੀ ਜਿਹੜੀ ਹੈ ਨਹੀਂ ਕੀਤੀ ਜਾ ਸਕਦੀ। ਤੇ ਮੈਂ ਕਸ਼ਮੀਰ ਦੇ ਜਿਹੜੇ ਵੀ ਲੋਕ ਔਰ ਉੱਥੇ ਦੇ ਮੁਸਲਮਾਨ ਨੇ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਸਿੱਖ ਬੇਟੀਆਂ ਦੇ ਨਾਲ ਜੋ ਕੁਝ ਵੀ ਹੋਇਆ ਉਹਨੂੰ ਸਿੱਖ ਬੇਟੀ ਦੇ ਦੌਰ ਤੇ ਨਹੀਂ ਇਸ ਤਰ੍ਹਾਂ ਦੇਖਣ ਕਿ ਉਹ ਸਿਰਫ ਆਪਣੀ ਹੀ ਬੇਟੀ ਹੈ, ਕਿਉਂਕਿ ਜਿਹੜੀ ਧੀ ਹੁੰਦੀ ਹੈ, ਬੇਟੀ ਹੁੰਦੀ ਹੈ, ਉਹ ਕੋਈ ਵੰਡੀ ਨਹੀਂ ਹੁੰਦੀ। हज़रत मोहम्मद साहब सल्लल्लाहु अलैहि वसल्लम ਨੂੰ ਇੱਕ ਮੌਕੇ ਤੇ ਉਹਨਾਂ ਦੇ ਇੱਕ ਸਾਹਬੀ ਨੇ ਕਿਹਾ ਸੀ ਕਿ ਯਾ ਰਸੂਲल्लाह, ਉਹ ਜਿਹੜੀ ਬੇਟੀ ਆ ਰਹੀ ਹੈ ਸਾਹਮਣੇ, ਉਹ ਦੁਸ਼ਮਣ ਦੀ ਬੇਟੀ ਹੈ। ਤੇ ਅੱਲਾਹ ਦੇ ਨਬੀ ਸੱਲੱਲਾਹੁ अलैहि वसल्लम ਨੇ ਉਹਨੂੰ ਡਾਂਟਦੇ ਹੋਏ ਫਰਮਾਇਆ, ਨਹੀਂ, ਕਿ ਬੇਟੀ ਜਿਹੜੀ ਹੈ ਸਿਰਫ ਬੇਟੀ ਹੁੰਦੀ ਹੈ, ਉਹ ਆਪਣੀ ਜਾਂ ਦੁਸ਼ਮਣ ਦੀ ਨਹੀਂ ਹੁੰਦੀ। ਤੇ ਮੁਸਲਮਾਨਾਂ ਦਾ ਤਾਂ, ਸਿੱਖਾਂ ਦਾ ਔਰ ਸਿੱਖ ਪੰਥ ਦਾ ਤਾਂ 500 ਸਾਲ ਦਾ ਰਿਸ਼ਤਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਕਾਇਮ ਹੈ। ਕਸ਼ਮੀਰ ਜਿਸ ਵੇਲੇ ਜੋ ਕੁਝ ਵੀ ਹੋਇਆ ਔਰ ਜਿਨ੍ਹਾਂ ਦੋ ਬੇਟੀਆਂ ਦੇ ਨਾਲ ਜ਼ਬਰਦਸਤੀ ਹੋਈ ਹੈ, ਉਹ ਜਿਹੜਾ ਪੂਰਾ ਮਾਮਲਾ ਹੈ, ਮੈਂ ਸਮਝਦਾ ਹਾਂ ਕਿ ਇਹਦੀ ਉੱਚ ਪੱਧਰ ਇਨਕੁਆਇਰੀ ਜਿਹੜੀ ਹੈ ਹੋਣੀ ਚਾਹੀਦੀ ਹੈ ਔਰ ਇੱਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਬਣਾਉਣ, ਜਿਸ 'ਚ ਮੁਸਲਮਾਨ ਔਰ ਸਿੱਖ ਬੁੱਧੀਜੀਵੀਆਂ ਦੀ ਇੱਕ ਜੁਆਇੰਟ ਜਿਹੜੀ ਕਮੇਟੀ ਜਿਹੜੀ ਹੈ ਬਣਾਈ ਜਾਏ, ਤਾਂ ਕਿ ਉਹ ਪੂਰੀ ਤਫਤੀਸ਼ ਕਰਕੇ ਇਹਦੀ ਸੂਰਤ ਹਾਲ ਨੂੰ ਸਾਹਮਣੇ ਲੈ ਕੇ ਆਏ ਵੀ ਮਾਮਲਾ ਕੀ ਹੈ। ਦਰਅਸਲ ਇਹ ਹੈ ਕਿ ਇਹ ਤਾਂ ਹੈ ਕਿ ਕਿਸੇ ਨੂੰ ਜ਼ਬਰਦਸਤੀ ਮੁਸਲਮਾਨ ਨਹੀਂ ਕਰ ਸਕਦੇ। ਕੋਈ ਐਸੀ ਸ਼ਾਦੀ ਨਹੀਂ ਹੋਣੀ ਚਾਹੀਦੀ ਜਿਹੜੀ ਧੱਕੇ ਦੇ ਨਾਲ ਹੋਈ ਹੋਵੇ ਔਰ ਜਿਹਦੇ ਨਾਲ ਪੂਰੀ ਸਿੱਖ ਕੌਮ ਦੇ ਦਿਲਾਂ ਨੂੰ ਤਕਲੀਫ ਪਹੁੰਚੀ ਹੋਵੇ। ਇਹਨੂੰ ਅਸੀਂ ਕੰਡੈਮਡ ਕਰਦੇ ਹਾਂ। ਲੇਕਿਨ ਇਹਦੇ ਨਾਲ ਜਿਹੜੀਆਂ ਫਿਰਕੂ ਤਾਕਤਾਂ ਨੇ ਉਹ ਇਹਨੂੰ ਅਲੱਗ-ਅਲੱਗ ਐਂਗਲ ਦੇ ਨਾਲ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਪੇਸ਼ ਕਰ ਰਹੀਆਂ ਨੇ। ਭਾਜਪਾ ਦੇ ਜਿਹੜੇ ਆਗੂ ਨੇ, ਉਹਨਾਂ ਦੇ ਨਾਲ ਜਿਹੜੇ ਸੰਬੰਧਿਤ ਲੋਕ ਨੇ, ਉਹ ਇਹਨੂੰ ਮੁਸਲਮਾਨਾਂ ਔਰ ਸਿੱਖਾਂ ਦੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਦੇ ਨਾਲ ਇਹਨੂੰ ਇਸਤੇਮਾਲ ਕਰਦੇ ਪਏ ਨੇ। ਤੇ ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਅਗਰ ਉਹ ਇੰਡੀਵਿਜੂਅਲ ਮਸਲਾ ਹੈ ਤਾਂ ਉਹ ਅਲੱਗ ਗੱਲ ਹੈ। ਅਗਰ ਉਹ ਕੌਮੀ ਮਸਲਾ ਹੈ ਔਰ ਉਹਦੇ 'ਚ ਧੱਕਾ ਹੋਇਆ ਹੈ ਤਾਂ ਉਹਦੇ ਵਿੱਚ 100% ਜਿਹੜੀ ਕਾਰਵਾਈ ਕਰਨੀ ਜਿਹੜੀ ਹੈ ਜ਼ਰੂਰੀ ਹੈ। ਲੇਕਿਨ ਇਹਨਾਂ ਦੇ ਨਾਲ ਉਹਨਾਂ ਲੋਕਾਂ ਦੇ ਖਿਲਾਫ ਵੀ ਬਿਲਕੁਲ ਆਵਾਜ਼ ਉੱਠਣੀ ਚਾਹੀਦੀ ਹੈ ਜਿਹੜਾ ਕਿ ਇਸ ਨਾਮ ਨੂੰ ਲੈ ਕੇ ਪੂਰੀ ਦੁਨੀਆ 'ਚ ਮੁਸਲਮਾਨਾਂ ਔਰ ਸਿੱਖਾਂ ਦੇ ਦਰਮਿਆਨ ਜਿਹੜੀ ਸਾਂਝ ਹੈ ਔਰ ਜਿਹੜੀ ਕਿ ਪਿਛਲੇ ਕੁਝ ਸਾਲਾਂ ਤੋਂ ਜਿਸ ਸਾਂਝ ਦੇ ਵਿੱਚ ਇੱਕ ਨਵੀਂ ਉਛਾਲ ਆਈ ਹੈ, ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਔਰ ਉਹ ਤੋਂ ਬਾਅਦ ਕਿਸਾਨ ਅੰਦੋਲਨ 'ਚ ਪੂਰੇ ਭਾਰਤ ਦੇ ਵਿੱਚ ਜਿਸ ਤਰ੍ਹਾਂ ਸਮੂਹ ਧਰਮਾਂ ਦੇ ਲੋਕ, ਇਕੱਲੇ ਸਿੱਖ ਨਹੀਂ, ਸਿੱਖਾਂ ਨੇ ਮੁਸਲਮਾਨਾਂ ਨੂੰ, ਦਲਿਤਾਂ ਨੂੰ, ਹਿੰਦੂ ਭਰਾਵਾਂ ਨੂੰ, ਈਸਾਈਆਂ ਨੂੰ, ਸਾਰੀਆਂ ਕੌਮਾਂ ਨੂੰ ਇਕੱਠੇ ਕੀਤਾ। ਤੇ ਮੈਂ ਸਮਝਦਾ ਕਿ ਪੰਜਾਬੀਆਂ ਨੇ ਸੰਘੂ ਬਾਰਡਰ ਦੇ ਉੱਤੇ ਜਾ ਕੇ ਜਿਹੜੀ ਇੱਕ ਨਵੀਂ ਰੀਤ ਔਰ ਰਿਵਾਇਤ ਕਾਇਮ ਕੀਤੀ ਹੈ, ਉਹ ਹਾਕਮਾਂ ਨੂੰ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਹੋ ਰਹੀ। ਇਸ ਲਈ ਜਿਹੜਾ ਵੀ ਕੋਈ ਐਸਾ ਮਸਲਾ ਹੁੰਦਾ ਹੈ ਉਹਨੂੰ ਉਹ ਇਸ ਤਰੀਕੇ ਨਾਲ ਚੱਕਣਾ ਚਾਹੁੰਦੇ ਨੇ ਕਿ ਜਿਹਦੇ ਨਾਲ ਇਹ ਪਤਾ ਲੱਗੇ ਕਿ ਨਹੀਂ ਜੀ, ਇਹ ਮੁਸਲਮਾਨ ਔਰ ਸਿੱਖਾਂ ਦੇ ਵਿੱਚ ਜਿਹੜਾ ਤਫਰਕਾ ਹੋ ਗਿਆ। ਤੇ ਐਸੀ ਮੈਂ ਕਹਿੰਦਾ ਕਿ ਕੋਈ ਗੱਲ ਨਹੀਂ ਹੈ। ਔਰ ਜਿਹੜੇ ਲੋਕ ਮੁਲਜ਼ਮ ਨੇ, ਜਿਨ੍ਹਾਂ ਨੇ ਧੱਕਾ ਕੀਤਾ ਹੈ, ਉਹਨਾਂ ਦੇ ਬਿਲਕੁਲ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਮੁਕੱਦਮਾ ਦਰਜ ਹੋਣਾ ਚਾਹੀਦਾ ਔਰ ਮੁਕਾਮੀ ਅਦਾਲਤ ਨੂੰ ਚਾਹੀਦਾ ਹੈ ਕਿ ਉਹ ਮਾਂ ਬਾਪ ਨੂੰ ਇਨਸਾਫ ਦੇਣ। ਸਰ, ਮਨਮੀਤ ਕੌਰ ਜਿਹੜੀ ਲੜਕੀ ਆ, ਉਹਦੀ ਸਿਸਟਰ ਦਾ ਅੱਜ ਇੱਕ ਬਿਆਨ ਆਇਆ, ਉਹ ਕਹਿੰਦੀ ਵੀ ਸਾਡੇ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਇਆ, ਅਸੀਂ ਆਪਣੀ ਮਰਜ਼ੀ ਨਾਲ ਆਪਣੇ ਹਮਸਫਰ ਨਾਲ ਮੈਰਿਜ ਕਰਵਾਈ ਆ, ਇਹਦੇ ਵਿੱਚ ਮਤਲਬ ਕਿਸੇ ਨੇ ਸਾਡੇ ਨਾਲ ਧੱਕਾ ਨਹੀਂ ਕੀਤਾ। ਉਹਦੇ ਤੇ ਇੱਦਾਂ ਹੈ ਕਿ ਜਿਹੜੀਆਂ ਇੰਟਰਕਾਸਟ ਮੈਰਿਜਾਂ ਹੈ, ਬਹੁਤ ਸਾਰੀ ਮੁਸਲਮਾਨਾਂ ਦੀਆਂ ਲੜਕੀਆਂ ਉਹ ਦੂਸਰੀ ਕੌਮਾਂ ਦੇ ਵਿੱਚ ਸ਼ਾਦੀਆਂ ਹੋਈਆਂ, ਬਹੁਤ ਸਾਰੀ ਦੂਸਰੀ ਕੌਮਾਂ ਦੀਆਂ ਲੜਕੀਆਂ ਕਿਸੇ ਵੀ ਧਰਮ ਦੀਆਂ, ਇਕੱਲੇ ਮੁਸਲਮਾਨ ਹੀ ਨਹੀਂ, ਚਾਹੇ ਉਹ ਹਿੰਦੂ ਹੋਣ, ਸਿੱਖ ਹੋਣ, ਈਸਾਈ ਹੋਣ, ਜਿਊਜ਼ ਹੋਣ, ਤੁਸੀਂ ਅਲੱਗ-ਅਲੱਗ ਕੌਮਾਂ ਨੂੰ ਦੇਖੋਗੇ। ਇਸ ਲਈ ਇਹ ਜਿਹੜੇ ਬਿਆਨ ਆ ਰਹੇ ਸੋਸ਼ਲ ਮੀਡੀਆ ਤੇ, ਪਹਿਲੀ ਗੱਲ ਤਾਂ ਇਹ ਮੈਂ ਸਮੂਹ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਆਉਂਦਾ ਹੈ, ਉਹਦੇ ਸੋਰਸ ਨੂੰ ਚੈੱਕ ਕਰੋ ਵੀ ਆਥੈਂਟਿਕ ਹੈ ਕਿ ਨਹੀਂ ਹੈ। ਕੁਰਾਨ ਸ਼ਰੀਫ 'ਚ ਹੈ ਕਿ ਜਦ ਕੋਈ ਖਬਰ ਦੇਣ ਜਾਵੇ, ਖਬਰ ਦੇ ਕੇ ਆਵੇ ਤੇ ਖਬਰ ਦੇ ਪਿੱਛੇ ਨਾ ਭੱਜੋ। ਅੱਲਾਹ ਤਾਲਾ ਫਰਮਾਉਂਦੇ ਕਿ ਪਹਿਲਾਂ ਖਬਰ ਦੇਣ ਵਾਲੇ ਦੀ ਵੀ ਤਸਦੀਕ ਕਰੋ ਵੀ ਇਹ ਬੰਦਾ ਕਿੱਦਾਂ ਦਾ ਹੈ, ਜਿਹੜਾ ਤੁਹਾਡੇ ਤੱਕ ਸੂਚਨਾ ਪਹੁੰਚਾ ਰਿਹਾ ਹੈ, ਵੀ ਇਹਦਾ ਕੀ ਮਕਸਦ ਹੈ ਔਰ ਇਹ ਸੂਚਨਾ ਦੇਣ ਵਾਲਾ ਚੰਗਾ ਬੰਦਾ ਹੈ ਕਿ ਮੰਦਾ ਹੈ। ਅਗਰ ਇਹ ਚੰਗਾ ਹੈ ਔਰ ਇਹਦਾ ਨਜ਼ਰੀਆ ਠੀਕ ਹੈ
ਤੁਹਾਨੂੰ ਫਾਇਦਾ ਪਹੁੰਚਾਉਣ ਵਾਲਾ ਹੈ ਤਾਂ ਉਹਦੇ ਪਿੱਛੇ ਭੱਜਣ ਦੀ ਲੋੜ ਹੈ। ਹੁਣ ਸੋਸ਼ਲ ਮੀਡੀਆ ਹੈ, ਕੋਈ ਵੀ ਬੰਦਾ 2 ਮਿੰਟ 'ਚ ਲਾਈਵ ਹੁੰਦਾ ਔਰ ਜੋ ਉਹਦੀ ਮਰਜ਼ੀ ਆਉਂਦੀ ਹੈ ਕਹਿ ਦਿੰਦਾ ਹੈ। ਫਿਰਕੂ ਲੋਕ ਜਿਹੜੇ ਇਹਨੂੰ ਲਗਾਤਾਰ ਇਸਤੇਮਾਲ ਕਰ ਰਹੇ, ਕੋਈ ਕਹਿੰਦਾ ਜੀ ਧੱਕੇ ਨਾਲ ਮੁਸਲਮਾਨ ਹੋਈਆਂ, ਕੋਈ ਕਹਿੰਦਾ ਜੀ ਆਪਣੀ ਮਰਜ਼ੀ ਨਾਲ ਹੋਈਆਂ। ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਿ ਸਿੱਖ ਔਰ ਮੁਸਲਮਾਨ ਬੁੱਧੀਜੀਵੀਆਂ ਦੇ ਉੱਤੇ ਇੱਕ ਆਧਾਰਿਤ ਇੱਕ ਕਮੇਟੀ ਜਿਹੜੀ ਹੈ ਘੱਟੋ ਘੱਟ 11 ਮੈਂਬਰੀ ਜਾਂ 6 ਮੈਂਬਰੀ ਕਮੇਟੀ ਬਣਾ ਕੇ ਜੰਮੂ ਕਸ਼ਮੀਰ ਭੇਜੀ ਜਾਵੇ, ਦੋਨੋਂ ਪਰਿਵਾਰਾਂ ਨਾਲ ਮਿਲੇ ਔਰ ਅਗਰ ਕਿਸੇ ਨਾਲ ਧੱਕਾ ਹੋਇਆ ਹੈ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅਗਰ ਧੱਕਾ ਨਹੀਂ ਹੋਇਆ ਤੇ ਜਿਹੜੇ ਲੋਕਾਂ ਨੇ ਇਹਨੂੰ ਵਾਇਰਲ ਕਰਕੇ 2 ਕੌਮਾਂ ਦੇ ਵਿੱਚ ਲੜਾਉਣ ਦੀ ਗੱਲ ਕੀਤੀ ਹੈ ਉਸ ਸਥਿਤੀ ਨੂੰ ਜਿਹੜਾ ਸਾਫ਼ ਕਰਨਾ ਚਾਹੀਦਾ। ਇੱਕ ਲੜਕੀ ਇਹਨਾਂ ਚੋਂ ਮਨਮੀਤ ਕੌਰ ਜੀ ਦੀ ਮੈਰਿਜ ਹੋਈ ਆ, ਉਹ ਅੱਜ ਦਿੱਲੀ ਪਹੁੰਚੀ ਹੋਈ ਆ। ਮਨਜਿੰਦਰ ਸਿੰਘ ਸਿਰਸਾ ਨੇ ਇੱਕ ਫੋਟੋ ਸ਼ੇਅਰ ਕੀਤੀ ਆ ਕਿ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਵਾਸਤੇ ਆਏ ਨੇ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਹ ਉਂਗਲਾਂ ਲਾ ਰਹੇ ਨੇ, ਜਿਹੜੇ ਲੋਕ ਭੜਕਾ ਰਹੇ ਨੇ ਜਾਂ ਮੀਡੀਆ ਦੇ ਵਿੱਚ ਗਲਤ ਅਫਵਾਹਾਂ ਫੈਲਾ ਰਹੇ ਨੇ ਕਿ ਲੜਕੀਆਂ ਦੇ ਨਾਲ ਧੱਕਾ ਹੋਇਆ, ਜਾਣਬੁੱਝ ਕੇ ਇਹਨਾਂ ਨੂੰ ਮੁਸਲਿਮ ਬਣਾਇਆ ਜਾ ਰਿਹਾ, ਉਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ? ਦੇਖੋ ਇੱਦਾਂ ਹੈ ਕਿ ਸਾਡੇ ਇੱਕ ਰਿਵਾਜ ਹੈਗਾ ਇੱਥੇ ਸਿਆਸਤਦਾਨਾਂ ਦਾ ਕਿ ਜਦੋਂ ਕੋਈ ਇਲੈਕਸ਼ਨ ਆਉਣਾ ਹੁੰਦਾ ਜਾਂ ਜਿਸ ਵੀ ਕੋਈ ਕੌਮ ਦਾ, ਚਾਹੇ ਉਹ ਮੁਸਲਮਾਨ ਹੋਣ, ਚਾਹੇ ਉਹ ਹਿੰਦੂ ਹੋਣ, ਚਾਹੇ ਸਿੱਖ ਹੋਣ, ਈਸਾਈ ਹੋਣ, ਕਿਸੇ ਵੀ ਕੌਮ ਦਾ ਲੀਡਰ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਮੈਂ ਜ਼ਰਾ ਫਾਇਰ ਬ੍ਰਾਂਡ ਲੀਡਰ ਬਣ ਜਾਵਾਂ ਤੇ ਫਿਰ ਉਹ ਵੱਡੀਆਂ ਵੱਡੀਆਂ ਗੱਲਾਂ ਬੇਬੁਨਿਆਦ ਕਰਦਾ। ਸਿਰਸਾ ਸਾਹਿਬ ਨੂੰ ਵੀ ਮੈਂ ਉਹਨਾਂ 'ਚੋਂ ਇੱਕ ਹੀ ਮੰਨਦਾ, ਕਿਉਂਕਿ ਜਦ ਵੀ ਕੋਈ ਮਸਲਾ ਹੁੰਦਾ ਹੈ ਅਗਰ ਸਾਡੀ ਨੀਅਤ ਠੀਕ ਹੋਵੇ ਤੇ ਅਸੀਂ ਸੋਚਦੇ ਹੁੰਦੇ ਹਾਂ ਕਿ ਆਪਣੀ ਕੌਮ ਦੇ ਵਕਾਰ ਨੂੰ ਬਹਾਲ ਰੱਖੀਏ। ਤੇ ਕੌਮਾਂ ਦਾ ਵਕਾਰ ਉਦੋਂ ਬਹਾਲ ਰੱਖਿਆ ਜਾਂਦਾ ਹੈ ਕਿ ਜਦੋਂ ਅਸੀਂ ਮਾਵਾਂ ਭੈਣਾਂ ਧੀਆਂ ਦਾ ਸਤਿਕਾਰ ਜਿਹੜਾ ਬਹਾਲ ਕਰ ਸਕੀਏ। ਔਰ ਅਗਰ ਅਸੀਂ ਇਹ ਚਾਹੁੰਦੇ ਕਿ ਨਹੀਂ ਕਿਸੇ ਦੀ ਪਰੇਸ਼ਾਨੀ ਦੇ ਉੱਤੇ ਜਾਂ ਕਿਸੇ ਦੇ ਘਰ ਦੇ ਮਸਲੇ ਦੇ ਉੱਤੇ ਪੈਰ ਰੱਖ ਕੇ ਅਸੀਂ ਉੱਚੇ ਨਜ਼ਰ ਆਈਏ ਲੋਕਾਂ ਦੇ ਵਿੱਚ, ਤੇ ਉਹਨੂੰ ਮੈਂ ਮੱਦਭਾਗਾ ਸਮਝਦਾ। ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਹਰ ਬੰਦੇ ਨੂੰ ਆਜ਼ਾਦੀ ਹੈ। ਅਗਰ ਸਾਡੀ ਸਿੱਖ ਕੌਮ ਦੀ ਉਹ ਬੇਟੀ ਅੱਜ ਉੱਥੇ ਨਮਸਤਕ ਹੋਈ ਹੈ ਤੇ ਇਹਦਾ ਮਤਲਬ ਹੈ ਕਿ ਉਹਦੇ ਤੇ ਕੋਈ ਐਸੀ ਜ਼ੋਰ ਜ਼ਬਰਦਸਤੀ ਨਹੀਂ ਹੈ ਕਿ ਉਹਦਾ ਮਜ਼ਹਬ ਜਿਹੜਾ ਹੈ ਤਬਦੀਲ ਕੀਤਾ ਗਿਆ। ਤੇ ਇਸ ਲਈ ਮੈਂ ਇੱਕ ਵਾਰ ਫਿਰ ਜਿਹੜੀ ਆਪਣੀ ਗੱਲ ਪਹਿਲਾਂ ਦੁਹਰਾਈ ਦੁਬਾਰਾ ਤੋਂ ਦੁਹਰਾਉਣਾ ਚਾਹੁੰਦਾ ਕਿ ਅਗਰ ਜ਼ੋਰ ਜ਼ਬਰਦਸਤੀ ਹੋਈ ਹੈ ਤੇ ਹਰ ਕੀਮਤ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ। ਮੁਲਕ ਦੇ ਦਸਤੂਰ ਦੇ ਵਿੱਚ ਮੌਜੂਦ ਹੈ ਕਿ ਕਿਸੇ ਦੇ ਨਾਲ ਅਸੀਂ ਧੱਕਾ ਨਹੀਂ ਕਰ ਸਕਦੇ, ਕਿਸੇ ਨਾਲ ਜ਼ਬਰਦਸਤੀ ਨਿਕਾਹ ਨਹੀਂ ਕਰ ਸਕਦੇ, ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਦੇ ਵਿੱਚ ਨਹੀਂ ਲਿਆ ਸਕਦੇ। ਔਰ ਅਗਰ ਇਹ ਨਹੀਂ ਹੋਇਆ ਔਰ ਇਹਦਾ ਨਾਮ ਲੈ ਕੇ 2 ਕੌਮਾਂ ਦੇ ਵਿੱਚ ਤਫਰਕਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਫੇਕ ਚੈਨਲਸ ਨੇ ਜਾਂ ਝੂਠੀਆਂ ਖਬਰਾਂ ਜਿਹੜੇ ਨਸ਼ਰ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਸ਼ੁਕਰੀਆ ਜੀ। ਤਾਂ ਇਹ ਸਨ ਮੁਸਲਿਮ ਭਾਈਚਾਰੇ ਵੱਲੋਂ ਆਗੂ ਸਨ, ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਕਿਤੇ ਲੜਕੀਆਂ ਨਾਲ ਜ਼ਬਰਦਸਤੀ ਜਾਂ ਧੱਕਾ ਹੋਇਆ ਤਾਂ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੋਣੀ ਚਾਹੀਦੀ। ਤਾਂ ਆਪਾਂ ਸਿੱਖ ਆਗੂ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ। ਪ੍ਰਿੰਸੀਪਲ ਗੁਰਬਚਨ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਮਿਹਰਬਾਨੀ, ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਜਿਹੜਾ ਕਸ਼ਮੀਰ ਦੇ ਵਿੱਚ ਮਸਲਾ ਭਖਿਆ ਹੋਇਆ 2 ਸਿੱਖ ਲੜਕੀਆਂ ਬਾਰੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਸ ਤਰ੍ਹਾਂ ਜੀ, ਜਿਵੇਂ ਉਸਮਾਨ ਜੀ ਹੁਣਾਂ ਨੇ ਡਿਟੇਲ ਦੇ ਨਾਲ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਹੈ ਜੀ। ਅਸੀਂ ਗੁਰਮਤਿ ਗਿਆਨ ਮਿਸ਼ਨ ਕਾਲਜ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨਾਲ ਇਸ ਮਸਜਿਦ ਦੇ ਵਿੱਚ ਆਏ ਹਾਂ ਜੀ। ਉਹਨਾਂ ਦੇ ਨਾਲ ਅਸੀਂ ਇਸ ਵਿਸ਼ੇ ਉੱਤੇ ਗੱਲ ਕੀਤੀ ਹੈ ਵੀ ਸਿੱਖਾਂ ਦੀ ਔਰ ਮੁਸਲਮਾਨਾਂ ਦੀ ਇੱਕ ਭਾਈਚਾਰਕ ਸਾਂਝ ਜਿਹੜੀ ਆ ਵੀ ਉਹ ਤੁਰੀ ਆ ਰਹੀ ਹੈ। ਅੱਜ ਤੱਕ ਕਸ਼ਮੀਰ ਦੇ ਵਿੱਚ ਜਿਹੜਾ ਵੀ ਉਹ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਹੋਈ ਜਿਹਦੇ ਨਾਲ ਭਾਈਚਾਰਕ ਸਾਂਝ ਨੂੰ ਜਿਹੜਾ ਵੀ ਉਹ ਖੋਰਾ ਲੱਗੇ। ਅਸੀਂ ਇਹਨਾਂ ਨਾਲ ਆਣ ਕੇ ਵਿਚਾਰ ਸਾਂਝੇ ਕੀਤੇ ਨੇ ਵੀ ਜਿਵੇਂ 2 ਸਿੱਖ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਦਾ ਧਰਮ ਜਿਹੜਾ ਪਰਿਵਰਤਨ ਕਰਵਾਇਆ ਗਿਆ ਵੀ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲੱਗਿਆ ਵੀ ਜਿਹੜਾ ਭੜਕਾਊ ਬਿਆਨ ਜਾਂ ਭੜਕਾਊ ਗੱਲਾਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਉਹਨਾਂ ਨੇ ਸਾਰੀ ਸਟੇਟਮੈਂਟ ਵੀ ਤੁਹਾਡੇ ਸਾਹਮਣੇ ਰੱਖੀ ਹੈ ਵੀ ਧੱਕਾ ਕਿਤੇ ਵੀ ਜਿਹੜਾ ਵੀ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਇਹਨਾਂ ਨਾਲ ਅੱਜ ਵਿਚਾਰਾਂ ਬੜੀਆਂ ਖੁੱਲ੍ਹੀਆਂ ਹੋਈਆਂ ਨੇ ਜੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਵੀ ਚਿੱਠੀ ਲਿਖੀ ਸੀ ਕਿ ਜਿਹੜਾ ਜੇ ਸਿੱਖ ਲੜਕੀਆਂ ਨਾਲ ਧੱਕਾ ਹੋਇਆ ਤਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਤੁਸੀਂ ਵੀ ਮੰਗ ਕਰਦੇ ਹੋ ਜੇ ਮਤਲਬ ਵਾਕਈ ਧੱਕਾ ਹੋਇਆ ਲੜਕੀਆਂ ਨਾਲ ਤਾਂ ਉੱਤੇ ਕਾਰਵਾਈ ਬਣਦੀ ਕਾਰਵਾਈ ਹੋਣੀ ਚਾਹੀਦੀ? ਦੇਖੋ, ਇਹ ਤਾਂ ਉਸਮਾਨ ਜੀ ਹੁਣਾਂ ਨੇ ਵੀ ਤੁਹਾਡੇ ਸਾਹਮਣੇ ਕਿਹਾ ਆ ਵੀ ਜਿੱਥੇ ਵੀ ਧੱਕਾ ਹੋਇਆ ਤੇ ਉੱਥੇ ਕਾਰਵਾਈ ਕਰਨੀ ਤਾਂ ਕੁਦਰਤੀ ਗੱਲ ਆ ਵੀ ਬਣਦੀ, ਤਾਂ ਇਨਸਾਫ ਮਿਲੇਗਾ ਨਾ। ਸਭ ਤੋਂ ਜਿਹੜੀ ਵੱਡੀ ਗੱਲ ਆ ਉਹ ਇਹੀ ਗੱਲ ਆ ਵੀ ਸਾਡੀ ਆਪਸ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਵੀ ਉਹ ਜਿਹੜੀ ਆ ਵੀ ਬਰਕਰਾਰ ਰਹਿਣੀ ਚਾਹੀਦੀ ਹੈ। ਉਸ ਧੱਕੇ ਦੇ ਵਿਰੋਧ ਵਿੱਚ ਅਸੀਂ ਆਵਾਜ਼ ਜਿਹੜੀ ਆ ਵੀ ਬੁਲੰਦ ਕਰਦੇ ਹਾਂ ਔਰ ਇਨਸਾਫ ਦੀ ਮੰਗ ਕਰਦੇ ਹਾਂ। ਬਿਲਕੁਲ। ਹਮੇਸ਼ਾ ਹੀ ਸਿੱਖ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ 1947 ਤੋਂ ਲੈ ਕੇ ਅੱਜ ਤੱਕ। ਚਾਹੇ ਉਹ ਆਪਾਂ ਦਿੱਲੀ ਦੇ ਵਿੱਚ ਕਿਸਾਨ ਬੈਠੇ ਨੇ ਧਰਨਿਆਂ ਦੇ ਉੱਪਰ, ਉੱਥੇ ਵੀ ਕਈ ਗੱਲਾਂ ਸਾਹਮਣੇ ਆਈਆਂ ਸੀ। ਅਸੀਂ ਤਕਰੀਬਨ 5 ਮਹੀਨੇ ਉੱਥੇ ਲਾ ਕੇ ਆਏ ਹਾਂ ਸੰਘਰਸ਼ ਦੇ ਵਿੱਚ। ਤਾਂ ਇਹ ਤਾਕਤਾਂ ਕਿਹੜੀਆਂ ਨੇ, ਕੌਣ ਨੇ ਤਾਕਤਾਂ ਜਿਹੜੀਆਂ ਸਿੱਖ ਤੇ ਮੁਸਲਮਾਨ ਨੂੰ ਇਕੱਠਾ ਨਹੀਂ ਹੋਣ ਦੇ ਰਹੀਆਂ?
1947 ਦੇ ਵਿੱਚ 60 ਲੱਖ ਮੁਸਲਮਾਨ ਜਿਹੜਾ ਵੀ ਉਹ ਪਾਕਿਸਤਾਨ ਵਿੱਚ ਗਿਆ ਜੀ ਤੇ 60 ਲੱਖ ਤੋਂ ਉੱਪਰ ਦੀ ਗਿਣਤੀ ਜਿਹੜੀ ਹੈ ਵੀ ਉਹ ਪੰਜਾਬ ਆਪਣੇ ਪੱਛਮੀ ਪੰਜਾਬ ਚੋਂ ਪੂਰਬੀ ਪੰਜਾਬ ਵਿੱਚ ਆਏ ਆ ਜੀ ਹਾਂਜੀ ਔਰ ਕੋਈ ਲੱਖਾਂ ਦੀ ਗਿਣਤੀ ਵਿੱਚ ਮੌਤ ਦੇ ਘਾਟ ਜਿਹੜਾ ਵੀ ਉਤਾਰਿਆ ਗਿਆ। ਦਾਮਨ ਉਸਤਾਦ ਕਵੀ ਦੀਆਂ ਬੜੀਆਂ ਸ਼ਾਨਦਾਰ ਲਾਈਨਾਂ ਨੇ ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਹੈ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ, ਲੁੱਟਣ ਵਾਲਿਆਂ ਰੱਜ ਕੇ ਲੁੱਟਿਆ ਹੈ ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ। ਇਹ ਉਦੋਂ ਦੀ ਜਿਹੜੀ ਕਹਾਣੀ ਹੈ ਜੇ ਪ੍ਰਸਿੱਧੀ ਦੇਖੀ ਜਾਵੇ ਤੇ ਇਹ ਬੜੀ ਦੁਖਦਾਈ ਹੈ ਕਿਉਂਕਿ ਘਰ-ਬਾਰ ਸਾਰੇ ਸਾਡੇ ਬਜ਼ੁਰਗ ਛੱਡ ਕੇ ਆਏ ਉੱਥੋਂ। ਤੇ ਜੇ ਇਹ ਦੇਖਣ ਵਾਸਤੇ 2 ਕਿਤਾਬਾਂ ਪੜ੍ਹਨ ਵਾਲੀਆਂ ਡਾਕਟਰ ਕਿਰਪਾਲ ਸਿੰਘ ਦੀਆਂ ਵੀ ਪਾਕਿਸਤਾਨ ਚੋਂ ਨਿਕਲਣ ਦੀ ਜਿਹੜੀ ਗਾਥਾ ਹੈ, ਅਫਵਾਹਾਂ ਫੈਲਾਈਆਂ ਗਈਆਂ, ਗੱਡੀਆਂ ਦੀ ਵੱਢ ਟੁੱਕ ਜਿਹੜੀ ਹੈ ਵੀ ਉਹ ਹੁੰਦੀ ਰਹੀ ਹੈ। ਤੇ ਮੇਰੀ ਮਾਂ ਅਜੇ ਵੀ ਜਦੋਂ ਪਾਕਿਸਤਾਨ ਦੇ ਸੀਨ ਨੂੰ ਦੇਖਦੀ ਹੈ ਤੇ ਉਹਦੀਆਂ ਤਾਹਾਂ ਨਿਕਲ ਜਾਂਦੀਆਂ ਨੇ। ਉਹ ਸੰਤਾਪ ਜਿੰਨਾ ਭੋਗਿਆ ਆ ਉਹ ਅਜੇ ਬਜ਼ੁਰਗ ਜਿਉਂਦੇ ਨੇ। ਉਸ ਵਾਸਤੇ ਅਸੀਂ ਇਹ ਚਾਹੁੰਦੇ ਹਾਂ ਵੀ ਇਹੋ ਜਿਹਾ ਸੰਤਾਪ ਮੁੜ ਕੇ ਜਿਹੜਾ ਵੀ ਉਹ ਨਾ ਦੇਖਣ ਨੂੰ ਮਿਲੇ। ਇਸ ਵਾਸਤੇ ਜਿਹੜਾ ਵੀ ਕਿਤੇ ਜ਼ਬਰ ਇਦਾਂ ਦਾ ਹੁੰਦਾ ਆ ਉਹਦੇ ਵਿਰੋਧ ਵਿੱਚ ਆਵਾਜ਼ ਉਠਾਉਣੀ ਚਾਹੀਦੀ, ਇਨਸਾਫ ਮਿਲਣਾ ਚਾਹੀਦਾ। ਅਸੀਂ ਘੱਟ ਗਿਣਤੀਆਂ ਹਿੰਦੁਸਤਾਨ ਦੇ ਵਿੱਚ ਤੇ ਘੱਟ ਗਿਣਤੀਆਂ ਉੱਤੇ ਹਮੇਸ਼ਾ ਜਿਹੜਾ ਤਸ਼ੱਦਦ ਵੀ ਹੁੰਦਾ ਆ। ਸਰ ਇੱਕ ਗੱਲ ਹੋ ਰਿਹਾ ਜਿੱਦਾਂ ਚਾਹੇ ਸਿੱਖ ਲੜਕੀ ਹੈ ਚਾਹੇ ਮੁਸਲਮਾਨ ਲੜਕੀ ਹੈ, ਜੇ ਉਹ ਆਪਣੀ ਮਰਜ਼ੀ ਨਾਲ ਆਪਣਾ ਨਿਕਾਹ ਜਾਂ ਆਪਣਾ ਵਿਆਹ ਕਰਵਾਉਂਦੀ ਆ ਤਾਂ ਫਿਰ ਦੂਜੀਆਂ ਵਿੱਚ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਕੀ ਪ੍ਰੋਬਲਮ ਆ ਜਾਂ ਲੋਕਾਂ ਨੂੰ ਕੀ ਪ੍ਰੋਬਲਮ ਦਿੱਕਤ ਕੀ ਹੈ ਇਹਦੇ 'ਚ? ਦੇਖੋ ਇਸ ਤਰ੍ਹਾਂ ਵੀ ਕੁਝ ਘਰਾਂ ਦੇ ਮਾਹੌਲ ਹੁੰਦੇ ਆ, ਕੁਝ ਸਕੂਲਾਂ ਦੇ ਮਾਹੌਲ ਹੁੰਦੇ ਆ ਵੀ ਜਿਹੜੀਆਂ ਅੰਤਰਰਾਜੀ ਵਿਆਹ ਆ ਉਹ ਘੱਟੋ ਘੱਟ ਪਰਿਵਾਰ ਉਹਨੂੰ ਮਾਨਤਾ ਅਜੇ ਤੱਕ ਦੇਣ ਲਈ ਤਿਆਰ ਨਹੀਂ ਹੈਗੇ। ਸਾਰੀਆਂ ਆਪੋ ਆਪਣੀਆਂ ਰਵਾਇਤਾਂ ਹੁੰਦੀਆਂ ਨੇ, ਆਪੋ ਆਪਣੇ ਧਰਮ ਦੀਆਂ ਰਵਾਇਤਾਂ ਨੇ। ਤੇ ਮੇਰਾ ਖਿਆਲ ਹੈ ਵੀ ਜੇ ਕੋਈ ਸਾਂਝ ਜਿਵੇਂ ਮਰਜ਼ੀ ਨਾਲ ਜਿਹੜਾ ਵੀ ਉਹਨੂੰ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਜਿਹੜਾ ਜ਼ਬਰਦਸਤੀ ਹੈ ਉਹ ਕਦੇ ਵੀ ਜਿਹੜਾ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਿਲਕੁਲ ਸਰ, ਮੁਸਲਮਾਨ ਭਾਈਚਾਰੇ ਤੇ ਸਿੱਖ ਭਾਈਚਾਰੇ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਖੀਰ ਤੇ? ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਕਿਤੇ ਵੀ ਇਹੋ ਜਿਹਾ ਧੱਕਾ ਜਿਹੜਾ ਵੀ ਉਹ ਹੋਵੇ ਤੇ ਲੋਕਲ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਵੀ ਇਹ ਸਾਡੇ ਬੱਚਿਆਂ ਨੇ ਆਹ ਗੱਲ ਕੀਤੀ ਹੈ, ਇਹ ਗਲਤ ਹੋਈ ਹੈ। ਜੇ ਲੋਕਲ ਭਾਈਚਾਰਾ ਵੀ ਅੱਗੇ ਆ ਜਾਵੇ ਤੇ ਮੇਰਾ ਖਿਆਲ ਹੈ ਵੀ ਇਹ ਗੱਲ ਸਾਰੀ ਸ਼ਾਂਤ ਹੋ ਸਕਦੀ ਹੈਗੀ ਆ। ਲੋਕਲ ਭਾਈਚਾਰੇ ਨੂੰ ਵੀ ਇਹ ਗੱਲ ਮੰਨਣੀ ਚਾਹੀਦੀ ਹੈ ਵੀ ਇੱਥੇ ਧੱਕਾ ਹੋਇਆ ਤੇ ਧੱਕਾ ਜਿਹੜਾ ਵੀ ਇਹਦਾ ਇਨਸਾਫ ਮਿਲਣਾ ਚਾਹੀਦਾ ਹੈ। ਇਸ ਵਾਸਤੇ ਮੈਂ ਅਪੀਲ ਕਰਦਾ ਵੀ ਸਾਡੀ ਇੱਕ ਭਾਵਕ ਸਾਂਝ ਆ, ਉਹ ਸਾਂਝ ਜਿਹੜੀ ਆ ਵੀ ਉਹ ਕਾਇਮ ਰਹਿਣੀ ਚਾਹੀਦੀ ਹੈ ਤੇ ਧੱਕੇ ਦੇ ਵਿਰੋਧ ਵਿੱਚ ਅਸੀਂ ਜਿਹੜਾ ਵੀ ਉਹ ਜ਼ਰੂਰ ਪੁਰਜ਼ੋਰ ਸ਼ਬਦਾਂ ਵਿੱਚ ਅਸੀਂ ਆਵਾਜ਼ ਉਠਾਉਂਦੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਅਸੀਂ ਸਾਰਿਆਂ ਦੋਨਾਂ ਕੌਮਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਮਸਲਿਆਂ ਨੂੰ ਜਿਹੜਾ ਵੀ ਉਹ ਹੱਲ ਕੀਤਾ ਜਾਵੇ, ਕਿਤੇ ਵੀ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਤਾਂ ਇਹ ਸਾਡੇ ਨਾਲ ਸਾਨੂੰ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਚਾਹੇ ਉਹ ਸਿੱਖ ਲੜਕੀ ਹੈ ਚਾਹੇ ਮੁਸਲਮਾਨ ਭਾਈਚਾਰੇ ਦੀ ਲੜਕੀ ਆ, ਪਰ ਕਿਸੇ ਨਾਲ ਵੀ ਜ਼ਬਰਦਸਤੀ ਕਦੇ ਵੀ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਅਪੀਲ ਵੀ ਕੀਤੀ ਹੈ ਦੋਨਾਂ ਭਾਈਚਾਰਿਆਂ ਨੂੰ ਕਿ ਮਿਲ ਵਰਤ ਕੇ ਸਾਂਝ ਬਣਾ ਕੇ ਆਪਾਂ ਨੂੰ ਸਮਾਜ ਦੇ ਵਿੱਚ ਹੀ ਰਹਿਣਾ ਚਾਹੀਦਾ। ਸਾਡੇ ਨਾਲ ਹੋਰ ਵੀ ਸਿੱਖ ਆਗੂ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ। ਯੂਨਾਈਟਿਡ ਸਿੱਖ ਦੇ ਆਗੂ ਨੇ ਮੌਜੂਦ, ਉਹਨਾਂ ਨਾਲ ਗੱਲਬਾਤ ਕਰਦੇ। ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ ਜੀ, ਮੈਂ ਡਾਇਰੈਕਟਰ ਯੂਨਾਈਟਿਡ ਸਿੱਖ ਪੰਜਾਬ ਤੋਂ ਗੱਲ ਕਰ ਰਿਹਾ ਜੀ। ਸਰ ਜਿਹੜਾ ਮਸਲਾ ਕਸ਼ਮੀਰ ਦੇ ਵਿੱਚ ਭਖਿਆ ਹੋਇਆ 2 ਬੱਚੀਆਂ ਦੇ ਵਿਆਹਾਂ ਦਾ ਜ਼ਬਰਦਸਤੀ ਦਾ, ਉਹਦੇ ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਦੇਖੋ ਅਸੀਂ ਇਹਨੂੰ ਕਿਸੇ ਫਿਰਕੇ ਨਾਲ ਲੈਂਦੇ ਹੀ ਨਹੀਂ ਹੈਗੇ, ਧੀਆਂ ਸਭ ਦੀਆਂ ਸਾਂਝੀਆਂ ਨੇ। ਮੈਂ ਨਹੀਂ ਕਹਿੰਦਾ ਕਿ ਮੁਸਲਮਾਨ ਜਾਂ ਸਿੱਖ ਦੀ ਗੱਲ ਹੈ, ਇਹ ਸਾਂਝੀ ਗੱਲ ਹੈ। ਜੇ ਤਾਂ ਉੱਥੇ ਧੱਕਾ ਹੋਇਆ ਤੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਤੇ ਜੇ ਅਗਰ ਬੱਚੀ ਆਪਣੀ ਮਰਜ਼ੀ ਦੇ ਨਾਲ ਗਈਏ ਤੇ ਕੋਈ ਉਹਦੇ 'ਚ ਪ੍ਰੋਬਲਮ ਨਹੀਂ ਹੈਗੀ। ਲੇਕਿਨ ਅਸੀਂ ਇਸ ਗੱਲ ਤੋਂ ਜ਼ਰੂਰ ਫਿਕਰਮੰਦ ਹਾਂ ਵੀ ਖਬਰਾਂ ਜਿਸ ਤਰ੍ਹਾਂ ਦੀਆਂ ਆ ਰਹੀਆਂ ਨੇ ਉਹ ਗਲਤ ਆ ਰਹੀਆਂ ਨੇ। ਪਹਿਲੇ ਖਬਰ ਆਈ ਸੀ ਵੀ ਲੜਕੀ 18 ਸਾਲ ਤੋਂ ਘੱਟ ਹੈ, ਫਿਰ ਉਹਦਾ 62 ਸਾਲ ਦੇ ਕਿਸੇ ਮੁਸਲਮਾਨ ਨਾਲ ਨਿਕਾਹ ਹੋਇਆ, ਉਹਦੀ ਫੋਟੋ ਵੀ ਬਕਾਇਦਾ ਆਈ ਹੈ। ਉਸ ਤੋਂ ਬਾਅਦ ਫਿਰ ਖਬਰ ਆ ਗਈ ਨਹੀਂ ਲੜਕੀ ਦੀ ਉਮਰ 18 ਸਾਲ ਤੋਂ ਪਲੱਸ ਹੈ, ਉਹ ਲੜਕਾ ਜਿਹੜਾ ਉਹ 27 ਸਾਲ ਜਾਂ 29 ਸਾਲ ਦਾ। ਸੋ ਜਿਹੋ ਜਿਹੀਆਂ ਖਬਰਾਂ ਜਾਣ ਕੇ ਇੱਕ ਖਾਸ ਫਿਰਕੇ ਵੱਲੋਂ ਆ ਰਹੀਆਂ ਨੇ, ਇਹ ਸਾਂਝ ਜਿਹੜੀ ਭਾਈਚਾਰਕ ਸਾਂਝ ਪਿਛਲੇ ਸਮੇਂ 'ਚ ਇੱਕ ਸਮੇਂ ਦੀ ਲੋੜ ਵਿੱਚੋਂ ਪੈਦਾ ਹੋਈ ਹੈ। ਸਾਰੇ ਫਿਰਕੇ ਕਿਸਾਨ ਅੰਦੋਲਨ ਕਰਕੇ ਕਹਿ ਲਓ ਜਾਂ ਪੰਜਾਬ ਦੀਆਂ ਸਮੱਸਿਆਵਾਂ ਮੈਂ ਕਹਿ ਲਓ ਜਾਂ ਮੋਦੀ ਰਾਜ ਦੇ ਪਾਪ ਕਹਿ ਲਓ, ਉਸ ਵਾਸਤੇ ਇੱਕ ਜਿੱਥੇ ਲੋਕ ਇਕੱਠੇ ਹੋ ਰਹੇ ਨੇ, ਲੋਕ ਸਰਕਾਰ ਦੀਆਂ ਪਾਲਿਸੀਆਂ ਨੂੰ ਸਮਝ ਗਏ ਨੇ ਵੀ ਸਰਕਾਰ ਫਿਰਕੂ ਰਾਜਨੀਤੀ ਕਰਕੇ ਲੋਕਾਂ ਨੂੰ ਵੋਟਾਂ ਦੀ ਖਾਤਰ ਵੰਡ ਰਹੀ ਹੈ। ਮੈਂ ਇਹਨੂੰ ਰਾਜਨੀਤਿਕ ਪੱਖ ਤੋਂ ਜੋੜ ਕੇ ਜ਼ਰੂਰ ਦੇਖਦਾ, ਕਿਉਂਕਿ ਧਾਰਾ 360 ਵੀ ਤੋੜੀ ਗਈ, ਉਸ ਤੋਂ ਬਾਅਦ ਫਿਰ 70 ਤੋੜੀ ਗਈ। ਉਸ ਤੋਂ ਬਾਅਦ ਫਿਰ ਜਿਵੇਂ ਹੁਣ ਪਿੱਛੇ ਮੋਦੀ ਨੇ ਜੰਮੂ ਕਸ਼ਮੀਰ ਦੇ ਲੀਡਰਸ ਨੂੰ ਬੁਲਾ ਕੇ ਕੁਝ ਗੱਲਬਾਤ ਕੀਤੀ ਹੈ। ਇੱਧਰ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ। ਇਲੈਕਸ਼ਨ ਜਿਹੜੀ ਹੈ ਬਹੁਤ ਨਜ਼ਦੀਕ ਹੈ ਪੰਜਾਬ ਦੀ ਔਰ ਯੂਪੀ ਦੀ,
ਤੋ ਮੈਂ ਸਾਰੀ ਚੀਜ਼ ਨੂੰ ਜੋੜ ਕੇ ਦੇਖ ਰਿਹਾ ਵੀ ਇਹਦੇ ਵਿੱਚ ਭਾਈਚਾਰਕ ਸਾਂਝ ਨੂੰ ਤੋੜ ਕੇ ਵੋਟਾਂ ਦੀ ਰਾਜਨੀਤੀ ਹੀ ਨਜ਼ਰ ਆ ਰਹੀ ਹੈ, ਜਿਹੜੀ ਕਿ ਅੱਜ ਤੱਕ ਹੁੰਦੀ ਰਹੀ ਹੈ। ਪਰ ਨਾਲ ਹੀ ਮੈਨੂੰ ਖੁਸ਼ੀ ਵੀ ਹੈ, ਸਪਸ਼ਟਤਾ ਵੀ ਹੈ ਵੀ ਲੋਕ ਹੁਣ ਸਮਝ ਗਏ ਨੇ, ਲੋਕ ਸਿਆਣੇ ਹੋ ਗਏ ਨੇ। ਜਿਵੇਂ ਅੱਜ ਅਸੀਂ ਇੱਥੇ ਇਮਾਮ ਸਾਹਿਬ ਕੋਲ ਆਏ ਹਾਂ ਇਹ ਗੱਲ ਲੈ ਕੇ ਵੀ ਤੁਸੀਂ ਇਸ ਭਾਈਚਾਰੇ ਨੂੰ ਬਿਲੋਂਗ ਕਰਦੇ ਹੋ, ਲੋਕਾਂ ਦੇ ਵਿੱਚ ਨਫ਼ਰਤ ਨਾ ਫੈਲੇ। ਅਸੀਂ ਉਹ ਲੋਕ ਹਾਂ ਜਿਹੜੇ ਸਮਾਜ ਦੇ ਵਿੱਚ ਜ਼ਿੰਮੇਵਾਰੀ, ਅਸੀਂ ਸਮਝਦਾ ਵੀ ਸਾਡੇ ਮੋਢਿਆਂ 'ਤੇ ਕੁਛ ਨਾ ਕੁਛ ਸਮਾਜ ਦੀ ਜ਼ਿੰਮੇਵਾਰੀ ਹੈ। ਤਾਂ ਇਹਨਾਂ ਨੇ ਬੜੀ ਅੱਛੀ ਅੱਜ ਗੱਲ ਕੀਤੀ ਵੀ ਜੇ ਤਾਂ ਕਾਨੂੰਨ ਉੱਥੇ ਧੱਕਾ ਹੋਇਆ ਤੇ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਅਗਰ ਆਪਣੀ ਮਰਜ਼ੀ ਨਾਲ ਬੇਟੀ ਗਈ ਹੈ ਤੇ ਮੈਂ ਕਹਿੰਦਾ ਅੱਛੀ ਗੱਲ ਹੈ, ਲੋਕਾਂ 'ਚ ਪਿਆਰ ਵੱਧ ਰਿਹਾ। ਗੁਰੂ ਨਾਨਕ ਸਾਹਿਬ ਦੀ ਤਾਂ ਡਾਇਲੋਜੀ ਇਹੀ ਸੀ ਵੀ ਸੰਜੇ ਸਭੇ ਸਾਂਝੀ ਵਾਲਸਦਾਈ ਨੇ, ਕੋਈ ਨਾ ਦੱਸੇ ਬਾਹਰਾ ਜੀਓ। ਅਗਰ ਕੋਈ ਅੱਛਾ ਲੜਕਾ ਹੈ, ਉਹ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ, ਜੇ ਗੁਣ ਨੇ ਉਹਦੇ ਵਿੱਚ, ਲੜਕੀ 'ਚ ਗੁਣ ਨੇ ਤਾਂ ਉਹ ਕਰ ਸਕਦੇ ਨੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਇਹਨੂੰ ਰਾਜਨੀਤਿਕ ਰੰਗ ਨਹੀਂ ਦੇਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕਿ ਇਹ ਫਿਰਕੂ ਤਾਕਤਾਂ ਜਿਹੜੀਆਂ ਸਿੱਖ ਭਾਈਚਾਰੇ ਨੂੰ ਤੇ ਮੁਸਲਿਮ ਭਾਈਚਾਰੇ ਨੂੰ ਲੜਾਉਣਾ ਚਾਹੁੰਦੀਆਂ ਨੇ, ਦਫਾੜ ਕਰਨਾ ਚਾਹੁੰਦੀਆਂ ਨੇ? ਦੇਖੋ, ਜਿਹੜਾ ਪਿਛਲਾ ਐਕਸਪੀਰੀਅੰਸ ਦੱਸਦਾ 84 ਤੋਂ ਬਾਅਦ ਇੱਕ ਘੱਟ ਗਿਣਤੀ ਦਾ ਕਤਲੇਆਮ ਹੋਇਆ ਤੇ ਇੱਕ ਸਰਕਾਰ ਕਾਂਗਰਸ ਦੀ ਹੋਂਦ ਦੇ ਵਿੱਚ ਆਈ। ਫਿਰ ਗੁਜਰਾਤ ਦੇ ਦੰਗੇ ਹੋਏ, ਉਹ ਵੀ ਨਰਸੰਹਾਰ ਹੋਇਆ ਤੇ ਫਿਰ ਭਾਜਪਾ ਸੱਤਾ 'ਚ ਆਈ। ਹੁਣ ਜਿਹੜੀ ਲਾਸਟ ਸਿਲੈਕਸ਼ਨ ਹੋਈ ਇਹ 'ਚ ਪੁਲਵਾਮਾ ਦੇ ਵਿੱਚ ਜਿਹੜੇ 40 ਮਾਰੇ ਗਏ ਵਿਚਾਰੇ CRP ਦੇ ਜਵਾਨ, ਉਸ ਤੋਂ ਬਾਅਦ ਭਾਜਪਾ ਦੁਬਾਰਾ ਸੱਤਾ ਵਿੱਚ ਆਈ। ਹਾਲਾਂਕਿ ਉਹਦੀ ਅੱਜ ਵੀ ਤੱਕ ਵੀ ਇਨਕੁਆਇਰੀ ਨਹੀਂ ਹੋਈ ਵੀ ਉਹ ਹਮਲਾ ਪਾਕਿਸਤਾਨ ਵੱਲੋਂ ਹੋਇਆ ਸੀ ਜਾਂ ਇੱਧਰੋਂ ਹੀ ਹੋਇਆ ਸੀ ਜਾਂ ਏਜੰਸੀਆਂ ਨੇ ਕਰਵਾਇਆ ਸੀ। ਤੇ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਤੇ ਸਾਡੇ ਕਿਸੇ ਨਾ ਕਿਸੇ ਘੱਟ ਗਿਣਤੀ ਅਤਿਆਚਾਰ ਹੁੰਦੇ ਨੇ ਤੇ ਸਰਕਾਰ ਉਹਦੇ ਵਿੱਚੋਂ ਨਿਕਲਦੀ ਹੈ ਤੇ ਉਹੋ ਜਿਹਾ ਹੀ ਕੁਝ ਨਜ਼ਰ ਆ ਰਿਹਾ। ਇਸ 2022 ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ BJP ਸਰਕਾਰ ਜਿਹੜਾ ਪੰਜਾਬ ਦੇ ਵਿੱਚ ਆਪਣਾ ਆਧਾਰ ਕਾਇਮ ਕਰ ਸਕਦੀ ਹੈ? ਨਹੀਂ, BJP ਦੇ ਤਾਂ ਵਿਚਾਰਿਆਂ ਦੇ ਬੂਥ ਨਹੀਂ ਲੱਗਣੇ, ਉਹ ਤਾਂ ਪਿੰਡਾਂ 'ਚ ਹੀ ਵੜਨ ਜੋਗੇ ਹੈਗੇ ਤੇ ਆਧਾਰ ਤੱਕ ਹੀ ਕਾਇਮ ਕਰਨਾ ਹੈ। ਉਹ ਬੜੀ ਦੂਰ ਦੀ ਗੱਲ ਹੋ ਗਈ ਹੈ। ਇੱਕ ਸਮਾਂ ਆਪਣੇ ਆਪ ਵਿੱਚ ਇੱਕ ਰੰਗ ਦਿਖਾ ਗਿਆ। ਜਿਹੜੀ ਪਾਰਟੀ 6 ਮਹੀਨੇ ਪਹਿਲੇ 117 ਸੀਟਾਂ ਤੇ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਸੀ, ਅੱਜ ਲੋਕੀ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ, ਉਹਨਾਂ ਦੇ ਕੱਪੜੇ ਫਾੜ ਰਹੇ ਨੇ ਤੇ ਉਹ ਭੁੱਲ ਜਾਣ ਵੀ ਪੰਜਾਬ ਵਿੱਚ ਸਰਕਾਰ ਬਣਾਉਣਗੇ। ਉਹ ਤਾਂ ਅੱਜ ਵੀ ਦਾਅਵੇ ਕਰ ਰਹੇ ਨੇ, ਕਹਿੰਦੇ ਕਿ 117 ਸੀਟਾਂ ਤੇ ਅਸੀਂ MLA ਵੀ ਖੜਾਵਾਂਗੇ ਤੇ ਮੁੱਖ ਮੰਤਰੀ ਵੀ ਸਿੱਖ ਚਿਹਰਾ ਬਣਾਵਾਂਗੇ। ਤੁਹਾਨੂੰ ਕੀ ਲੱਗਦਾ ਕਿ ਸਿੱਖ ਚਿਹਰਾ ਕੌਣ ਹੋ ਸਕਦਾ ਹੈ? ਦੇਖੋ, ਫਿਰ ਉਹੀ ਗੰਦੀ ਰਾਜਨੀਤੀ ਸਿੱਖ ਬਣਾਉਣ ਕਿ ਹਿੰਦੂ ਜਾਂ ਮੁਸਲਮਾਨ ਪੰਜਾਬ ਵਾਸਤੇ ਵਧੀਆ ਨਹੀਂ ਹੋ ਸਕਦਾ। ਫਿਰ ਕੌਮਾਂ ਨੂੰ ਵੰਡਣ ਦੀ ਗੱਲ ਵੀ ਸਿੱਖ ਬਣਾਵਾਂਗੇ, ਸਿੱਖ ਹੀ ਕਿਉਂ ਬਣਾਵਾਂਗੇ? ਹੋਰ ਸਾਡੇ ਕੋਲ ਹਰ ਕੌਮ ਦੇ ਵਿੱਚ ਬੜੇ ਇੰਟੈਲੀਜੈਂਟ ਬੰਦੇ ਪਏ ਨੇ। ਸਾਨੂੰ ਸਿੱਖ ਹਿੰਦੂ ਮੁਸਲਮਾਨ ਨਹੀਂ ਚਾਹੀਦਾ, ਸਾਨੂੰ ਉਹ ਚਾਹੀਦਾ ਜਿਹੜਾ ਪੰਜਾਬ ਦਾ ਬਸ਼ਿੰਦਾ ਹੋਵੇ, ਪੰਜਾਬ ਦੀਆਂ ਸਮੱਸਿਆਵਾਂ ਬਾਰੇ ਗੱਲ ਕਰ ਸਕੇ ਔਰ ਲੋਕਾਂ ਨੂੰ ਇਨਸਾਫ ਦੇ ਸਕੇ। ਦੇਖੋ, ਇਸ ਸਾਰੇ ਦੌਰਾਨ ਵਿੱਚ ਲੋਕਾਂ ਦੇ ਅਸਲ ਮੁੱਦੇ ਤਾਂ ਖਤਮ ਹੀ ਹੋ ਗਏ ਨੇ। ਪੈਟਰੋਲ 100 ਰੁਪਏ, ਮਹਿੰਗਾਈ 6 ਗੁਣਾ ਵੱਧ ਗਈ ਹੈ। ਕਰੋਨਾ ਦੇ ਦੌਰਾਨ ਤੁਸੀਂ ਦੇਖ ਹੀ ਲਿਆ ਵੀ ਕੀ ਕੁਝ ਹੋਇਆ। ਤੇ ਇਸ ਮੁੱਦਿਆਂ ਤੋਂ ਸਰਕਾਰ ਹਟਾ ਕੇ ਤੇ ਸਿੱਖ ਹਿੰਦੂ ਮੁਸਲਮਾਨ ਮੈਂ BSP ਕੀ ਕਹਿੰਦੇ ਨੇ SC ਵਰਗ ਤੋਂ ਬਣਾਵਾਂਗਾ, ਕੋਈ ਕਹਿੰਦਾ ਮੈਂ ਸਿੱਖ ਬਣਾਵਾਂਗਾ, ਕੋਈ ਕਹਿੰਦਾ ਕੋਈ ਬਣਾਉਂਦਾ। ਰਾਜਨੀਤੀ ਹੈ ਸਾਰੀ, ਇਹ ਤਾਂ ਲੋਕ ਸਮਝ ਗਏ ਨੇ ਇਸ ਗੱਲ ਨੂੰ, ਸਿਆਣੇ ਹੋ ਗਏ ਲੋਕ। ਕੇਜਰੀਵਾਲ ਸਾਹਿਬ ਨੇ ਕੱਲ੍ਹ ਵੱਡਾ ਐਲਾਨ ਕਰਤਾ ਕਿ 300 ਯੂਨਿਟ ਜਿਹੜੇ ਕਹਿੰਦੇ ਸੀ ਅਸੀਂ ਸਮਾਜ ਸੁਧਾਰਾਂਗੇ, ਪੰਜਾਬ ਸੋਨੇ ਦੀ ਚਿੜੀ ਬਣਾਵਾਂਗੇ, ਉਹ ਅੱਜ 300 ਯੂਨਿਟ ਤੇ ਜਿਹੜਾ ਸਿਮਟ ਕੇ ਰਹਿ ਗਿਆ ਕਿ ਲੋਕਾਂ ਨੂੰ ਇੱਕ ਲਾਲਚ ਦਿੱਤਾ ਜਾ ਰਿਹਾ ਕਿ ਤੁਹਾਡੇ ਬਿੱਲ ਮਾਫ ਕਰ ਦਾਂਗੇ ਪਿਛਲੇ ਜਿਹੜੇ ਅੜੇ ਨੇ, ਜਾਂ 300 ਯੂਨਿਟ ਮਾਫ ਕਰ ਦਾਂਗੇ। ਕੀ ਪੰਜਾਬੀਆਂ ਨੂੰ ਇਹੀ ਤੋਹਫਾ ਚਾਹੀਦਾ? ਪੰਜਾਬ ਬੜੀ ਅਣਖੀਲੀ ਕੌਮ ਹੈ, ਪੰਜਾਬੀਆਂ ਨੂੰ ਆਪਣੇ ਸਵੈਮਾਨ ਰੱਖਣਾ ਆਉਂਦਾ ਹੈ। ਇਹ ਸਾਨੂੰ ਭਿਖਾਰੀ ਬਣਾ ਰਹੇ ਨੇ। ਸਾਨੂੰ 300 ਯੂਨਿਟ ਫਰੀ ਬਿਜਲੀ ਨਹੀਂ ਚਾਹੀਦੀ, ਸਾਨੂੰ ਰੁਜ਼ਗਾਰ ਚਾਹੀਦਾ। ਬਿਜਲੀ ਬਿੱਲ ਅਸੀਂ ਆਪੇ ਪੇ ਕਰ ਦਾਂਗੇ, ਬਿਜਲੀ ਸਸਤੀ ਕਰ ਦਿਓ। ਤੁਸੀਂ 10 ਰੁਪਏ ਯੂਨਿਟ ਲੈਂਦੇ ਪਿਓ। ਪਤਾ ਨਹੀਂ ਬਾਦਲਾਂ ਨੇ ਕਿਵੇਂ ਸਮਝੌਤਾ ਕੀਤਾ ਵੀ ਬਿਜਲੀ ਦੇ ਪਲਾਂਟ ਚੱਲਣਗੇ ਜਾਂ ਨਹੀਂ ਚੱਲਣਗੇ, ਫਿਰ ਵੀ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ। ਉਹ ਸਮਝੌਤੇ ਖਤਮ ਕਰੋ। ਕੀ ਅਮਰਿੰਦਰ ਸਿੰਘ ਜੇ ਪਾਣੀਆਂ ਦੇ ਮਸਲੇ ਤੇ ਵਿਧਾਨ ਸਭਾ ਦਾ ਕਾਨੂੰਨ ਰੱਦ ਕਰ ਸਕਦਾ ਹੈ, ਤੇ ਕੀ ਉਹ ਜਦੋਂ ਸੱਤਾ 'ਚ ਆਇਆ ਜਿਹੜੇ ਬਿਜਲੀ ਦੇ ਸਮਝੌਤੇ ਹੋਏ ਨੇ ਇਹ ਰੱਦ ਨਹੀਂ ਕਰ ਸਕਦਾ ਸੀ? ਉਹ ਪਹਿਲੇ ਬੈਗ ਉੱਧਰ ਜਾਂਦਾ ਸੀ, ਹੁਣ ਬੈਗ ਇੱਧਰ ਜਾਂਦਾ। ਗੱਲ ਤਾਂ ਸਾਰੀ ਇੰਨੀ ਹੈ, ਮਸਲਾ ਤਾਂ ਸਾਰਾ ਇੱਥੇ ਖੜਾ। ਸਾਨੂੰ ਫਰੀ ਦੀ ਬਿਜਲੀ ਨਹੀਂ ਚਾਹੀਦੀ, ਸਾਨੂੰ ਰੁਜ਼ਗਾਰ ਚਾਹੀਦਾ, ਸਾਡੇ ਨੂੰ ਸਟੱਡੀ ਚਾਹੀਦੀ ਹੈ, ਸਿਹਤ ਸੇਵਾਵਾਂ ਚਾਹੀਦੀਆਂ ਨੇ। ਪੈਸੇ ਲਵੋ, ਅਸੀਂ ਪੈਸੇ ਦੇਣ ਨੂੰ ਤਿਆਰ ਹਾਂ। ਜੇ ਪੈਸੇ ਨਹੀਂ ਲਵੋਗੇ, ਲੋਕੀ ਤੁਹਾਨੂੰ ਨਹੀਂ ਪੈਸੇ ਕਲੈਕਸ਼ਨ ਨਹੀਂ ਕਰੋਗੇ ਤੇ ਤਰੱਕੀ ਕਿਵੇਂ ਕਰੋਗੇ? ਪੰਜਾਬ ਅੱਗੇ ਕਸਿਆਰਾ ਬਣ ਗਿਆ। ਹੋਰ ਕਸਿਆਰਾ ਬਣਾਉਣ ਵਾਸਤੇ ਦਿੱਲੀ ਤੋਂ ਲਾਲਾ ਜੀ ਤਿਆਰ ਨੇ। ਔਰ ਸਾਨੂੰ ਪੰਜਾਬ ਦੀ ਪਾਰਟੀ ਚਾਹੀਦੀ ਜਿਹਦਾ ਜਿਹੜਾ ਪੰਜਾਬ ਵਿੱਚ ਉਹਨੇ ਇਹ ਦਿੱਲੀ ਤੇ ਬਿਹਾਰ ਵਾਲਿਆਂ ਨੇ ਪੰਜਾਬ ਦਾ ਕੁਝ ਨਹੀਂ ਸਵਾਰਨਾ। ਇਹ ਰਾਜਕੁਮਾਰ ਵੇਰਕਾ ਕਹਿੰਦੇ ਕਿ ਐਲਾਨ ਤਾਂ ਅਸੀਂ ਕਰਨਾ ਸੀ, ਕੇਜਰੀਵਾਲ ਬਾਜੀ ਮਾਰ ਗਏ। ਕਹਿੰਦੇ ਜਲਦਬਾਜ਼ੀ ਕਰਕੇ ਆ ਕੇ ਪੰਜਾਬ ਦੇ ਵਿੱਚ ਐਲਾਨ ਕਰ ਗਏ, ਪਰ ਐਲਾਨ ਕਹਿੰਦੇ ਅਸੀਂ ਕਰਨਾ ਸੀ। ਤੇ ਸੋਚ ਸਾਰਿਆਂ ਦੀ ਲੀਡਰਾਂ ਦੀ ਇੱਕ ਹੀ ਹੈ। ਫਿਰ ਗੇਮ ਹੀ ਖੇਡ ਰਹੇ ਨਾ ਸਾਰੇ। ਮੈਂ ਤਾਂ ਕਹਿ ਰਿਹਾ ਇਹ ਸਾਰੀਆਂ ਇਸ ਵਾਰ ਲੋਕਾਂ ਨੇ ਕਿਸੇ ਵੀ ਇਸ ਪਾਰਟੀ ਨੂੰ, ਰਵਾਇਤੀ ਪਾਰਟੀ ਨੂੰ ਮੂੰਹ ਨਹੀਂ ਲਾਣਾ। ਥੋੜ੍ਹਾ ਹੋਰ ਚਿਰ ਠਹਿਰੋ, ਇੱਕ ਨਵੀਂ ਪਾਰਟੀ ਦਾ ਗਠਨ ਹੋਏਗਾ, ਨਵੇਂ ਲੋਕ ਅੱਗੇ ਆਉਣਗੇ, ਜਿਹੜੇ ਇਮਾਨਦਾਰ ਲੋਕ ਹੋਣਗੇ, ਜਿਹੜੇ ਪੰਜਾਬ ਦੀ ਜਿਨ੍ਹਾਂ ਦੀ ਜੜ ਪੰਜਾਬ ਵਿੱਚ ਹੋਏਗੀ ਔਰ ਪੰਜਾਬ ਬਾਰੇ ਗੱਲ ਕਰਨਗੇ। ਰੁਕੋ, ਵੇਟ ਕਰੋ, ਬਹੁਤ ਜਲਦੀ ਕੁਛ ਨਾ ਕੁਛ ਹੋ ਰਿਹਾ ਧਮਾਕਾ, ਜਲਦੀ ਤੁਹਾਨੂੰ ਖਬਰ ਸੁਣਾਵਾਂਗੇ। ਠੀਕ ਹੈ ਜੀ। ਤਾਂ ਇਹ ਸਾਡੇ ਨਾਲ ਸਿੱਖ ਆਗੂ ਮੌਜੂਦ ਸਨ। ਉਹਨਾਂ ਨੇ ਵੀ ਉਹੀ ਗੱਲ ਕਹੀ ਕਿ ਜੇ ਕਿਸੇ ਨਾਲ ਧੱਕਾ ਹੁੰਦਾ, ਚਾਹੇ ਉਹ ਪੰਜਾਬੀ ਹੈ ਚਾਹੇ ਮੁਸਲਮਾਨ ਆ, ਤਾਂ ਕਦੇ ਵੀ ਇਹ ਧੱਕਾ ਨਹੀਂ ਹੋਣਾ ਚਾਹੀਦਾ, ਨਾ ਹੀ ਬਰਦਾਸ਼ਤ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਨਵਾਂ ਕੁਝ ਲੈ ਕੇ ਆਵਾਂਗੇ, ਨਵਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਲੋਕਾਂ ਨੂੰ। ਤਾਂ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਦੀਪਕ ਖੀਵਾ ਦੇ ਨਾਲ ਸੁਖ ਗਿੱਲ, ਲੁਧਿਆਣਾ।